ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਤੇ। ਸੋ ਬੱਚਿਓ, ਅਸੀਂ ਕਵਿਤਾ ਛੁੱਟੀ ਦਾ ਦਿਨ ਕਰ ਲਈ ਹੈ। ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸੋ ਬੱਚਿਓ, ਅਸੀਂ ਕੁਐਸਚਨ ਆਨਸਰਸ ਵਾਲਾ ਪਾਠ ਨਹੀਂ ਕਰਨਾ ਹੈ। ਸੋ ਅਸੀਂ ਭਾਗ 2 ਤੋਂ ਸ਼ੁਰੂ ਕਰਾਂਗੇ। ਹੇਠ ਲਿਖੀਆਂ ਕਵਿਤਾ ਦੀਆਂ ਸਤਰਾਂ ਨੂੰ ਪੂਰਾ ਕਰੋ। ਸੋ ਤੁਸੀਂ ਜਿਹੜੀਆਂ ਕਵਿਤਾ ਦੀਆਂ ਲਾਈਨਾਂ ਹਨ, ਉਹਨਾਂ ਦੀ ਅਗਲੀ ਲਾਈਨ ਜਿਹੜੀ ਹੈ ਲਿਖ ਕੇ ਉਸਨੂੰ ਕੰਪਲੀਟ ਕਰਨਾ ਹੈ। ਜਿਵੇਂ ਪਹਿਲਾ ਦਿੱਤਾ ਗਿਆ ਹੈ, ਕੋਠੇ ਉੱਤੇ ਜਦ ਵੀ ਚੜ੍ਹਨਾ, ਬਨੇਰੇ ਉੱਤੇ ਕਦੀ ਨਾ ਖੜਨਾ। ਠੀਕ ਹੈ, ਸੋ ਇਹ ਤੁਸੀਂ ਕਵਿਤਾ ਦੇ ਵਿੱਚੋਂ ਦੇਖ ਕੇ ਲਿਖ ਸਕਦੇ ਹੋ। ਇਸ ਤੋਂ ਅਗਲੀਆਂ ਲਾਈਨਾਂ ਨੇ, ਵਿਹੜੇ ਵਿੱਚ ਜੋ ਫੁੱਲ ਲਗਾਏ, ਕੁਝ ਖਿੜੇ ਤੇ ਕੁਝ ਮੁਸਕਾਏ। ਤੁਸੀਂ ਲਾਈਨ ਜਿਹੜੀ ਹੈ ਉਸਨੂੰ ਕੰਪਲੀਟ ਕਰੋਗੇ। ਅਗਲੀ ਲਾਈਨ ਨੰਬਰ 3 ਤੇ ਹੈ, ਪਹਿਲਾਂ ਗਾਈਏ ਇੱਕ ਇੱਕ ਟੱਪਾ, ਵਿੱਚ ਛਟਾਪੂ ਮਾਰ ਛੜੱਪਾ। ਠੀਕ ਹੈ, ਸੋ ਕਵਿਤਾ ਦੇ ਵਿੱਚੋਂ ਵੇਖ ਕੇ ਤੁਸੀਂ ਇਸਨੂੰ ਕੰਪਲੀਟ ਕਰੋਗੇ। ਨੈਕਸਟ ਪਾਰਟ ਹੈ ਸਾਡਾ ਤੀਸਰਾ ਭਾਗ, ਸਾਹਮਣੇ ਦਿੱਤੀ ਬ੍ਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਪਹਿਲੀ ਫਿਲਪ ਹੈ, ਛੁੱਟੀ ਦਾ ਦਿਨ ਡੈਸ਼ ਮਨਾਉਣ ਦਾ ਹੁੰਦਾ ਹੈ। ਕੀ ਮਨਾਉਣ ਦਾ ਹੁੰਦਾ ਹੈ? ਤਿਉਹਾਰ ਜਾਂ ਫਿਰ ਖੁਸ਼ੀਆਂ। ਸੋ ਇਹਦਾ ਉੱਤਰ ਹੋਵੇਗਾ ਖੁਸ਼ੀਆਂ। ਦੂਸਰਾ ਭਾਗ, ਛੂਹਣ ਛੁਆਈ ਖੇਡਣ ਵੇਲੇ ਇੱਕ ਬੰਦਾ ਡੈਸ਼ 'ਤੇ ਪੱਟੀ ਬੰਨ੍ਹਦਾ ਹੈ। ਕਿਹਦੇ 'ਤੇ ਪੱਟੀ ਬੰਨ੍ਹਦਾ ਹੈ? ਪੈਰਾਂ 'ਤੇ ਜਾਂ ਫਿਰ ਅੱਖਾਂ 'ਤੇ? ਅੱਖਾਂ 'ਤੇ। ਠੀਕ ਹੈ, ਇਹਦਾ ਅਸੀਂ ਲਿਖਾਂਗੇ ਅੱਖਾਂ। ਤੀਸਰਾ, ਪਤੰਗ ਡੈਸ਼ 'ਤੇ ਖੜੋ ਕੇ ਕਦੀ ਨਹੀਂ ਉਡਾਉਣਾ ਚਾਹੀਦਾ। ਕਿੱਥੇ ਨਹੀਂ ਖੜੇ ਹੋਣਾ ਚਾਹੀਦਾ? ਬਨੇਰੇ 'ਤੇ ਜਾਂ ਫਿਰ ਚਬੂਤਰੇ 'ਤੇ। ਸੋ ਅਸੀਂ ਬਨੇਰੇ 'ਤੇ ਸਾਨੂੰ ਨਹੀਂ ਖੜੇ ਹੋਣਾ ਚਾਹੀਦਾ, ਸੋ ਬਨੇਰੇ ਲਿਖਾਂਗੇ। ਚੌਥਾ, ਫੁੱਲ ਚਾਰ ਚੁਫੇਰੇ ਡੈਸ਼ ਫੈਲਾਉਂਦੇ ਹਨ। ਕੀ ਫੈਲਾਉਂਦੇ ਹਨ? ਮਹਿਕ ਜਾਂ ਬੋ? ਮਹਿਕ। ਠੀਕ ਹੈ, ਸੋ ਇਹਦਾ ਸਹੀ ਉੱਤਰ ਹੈ ਮਹਿਕ। ਹੁਣ ਅਸੀਂ ਅਗਲੇ ਭਾਗ 'ਤੇ ਚੱਲਦੇ ਹਾਂ, ਬਹੁਵਿਕਲਪੀ ਪ੍ਰਸ਼ਨ। ਚੌਥਾ ਭਾਗ, ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਸਾਹਮਣੇ ਟਿਕ ਦਾ ਨਿਸ਼ਾਨ ਲਾਓ। ਪਹਿਲਾ ਪ੍ਰਸ਼ਨ ਹੈ, ਪਹਿਲਾਂ ਬੱਚੇ ਕਿਹੜੀ ਖੇਡ ਖੇਡਣ ਲਈ ਆਖਦੇ ਹਨ? ਕਿਹੜੀ ਖੇਡ ਖੇਡਣ ਲਈ ਆਖਦੇ ਹਨ? ਛੂਹਣ ਛੁਆਈ ਜਾਂ ਫਿਰ ਲੁਕਣ ਮੀਟੀ? ਛੂਹਣ ਛੁਆਈ। ਠੀਕ ਹੈ, ਸੋ ਪਹਿਲੀ ਆਪਸ਼ਨ 'ਤੇ ਅਸੀਂ ਟਿਕ ਲਗਾਵਾਂਗੇ। ਪਹਿਲਾਂ ਮੀਟੀ ਕਿਸ ਸਿਰ ਆਈ ਸੀ? ਕਿਹਦੇ ਸਿਰ ਆਈ ਸੀ? ਗੁੱਡੀ ਸਿਰ ਜਾਂ ਫਿਰ ਸੀਟੀ ਸਿਰ? ਗੁੱਡੀ ਸਿਰ। ਠੀਕ ਹੈ, ਇਹ ਵੀ ਫਸਟ ਆਪਸ਼ਨ ਹੀ ਟਿਕ ਕਰੋਗੇ। ਤੀਸਰਾ ਹੈ, ਕਿਹੜੀ ਖੇਡ ਵਿੱਚ ਸਬਰ ਅਜਮਾਇਆ ਜਾਂਦਾ ਹੈ? ਛੂਹਣ ਛੁਆਈ ਜਾਂ ਫਿਰ ਭੰਡਾ ਭੰਡਾਰੀਆ? ਸੋ ਤੀਸਰੀ ਸਾਡੀ ਜਿਹੜੀ ਕੁਐਸਚਨ ਦੀ ਆਪਸ਼ਨ ਹੈ ਭੰਡਾ ਭੰਡਾਰੀਆ। ਸੋ ਸੈਕਿੰਡ ਆਪਸ਼ਨ ਟਿਕ ਕਰਾਂਗੇ। ਫੋਰਥ ਪਾਰਟ ਹੈ, ਕੋਠੇ 'ਤੇ ਚੜ੍ਹ ਕੇ ਕਿੱਥੇ ਨਹੀਂ ਖੜੋਣਾ ਚਾਹੀਦਾ? ਬਨੇਰੇ 'ਤੇ, ਛੱਤ 'ਤੇ। ਸੋ ਛੱਤ 'ਤੇ ਅਸੀਂ ਖੜ੍ਹੇ ਹੁੰਦੇ ਹਾਂ, ਲੇਕਿਨ ਬਨੇਰੇ 'ਤੇ ਨਹੀਂ ਖਲੋਣਾ ਚਾਹੀਦਾ। ਠੀਕ ਹੈ, ਸੋ ਬਨੇਰੇ 'ਤੇ ਫਸਟ ਆਪਸ਼ਨ ਟਿਕ ਕਰਾਂਗੇ। ਸੋ ਬੱਚੋ, ਨੀਚੇ ਜਿਹੜਾ ਵਿਆਕਰਨ ਵਾਲਾ ਪਾਠ ਹੈ ਉਹ ਅਸੀਂ ਨਹੀਂ ਕਰਨਾ ਹੈ। ਉਸ ਤੋਂ ਨੈਕਸਟ ਪੇਜ 'ਤੇ ਚੱਲਾਂਗੇ, ਜਿੱਥੇ ਰਚਨਾਤਮਕ ਕਿਰਿਆਵਾਂ ਵਾਲਾ ਪੋਰਸ਼ਨ ਆਉਂਦਾ ਹੈ, ਉਸ ਨੂੰ ਅਸੀਂ ਕਰਾਂਗੇ। ਸੋ ਤੁਸੀਂ ਉਸ ਦੇ ਵਿੱਚ ਕੁਝ ਲਾਈਨਾਂ ਲਿਖਣੀਆਂ ਨੇ। ਸੋ ਸਾਡਾ ਰਚਨਾਤਮਕ ਕਿਰਿਆਵਾਂ ਦੇ ਵਿੱਚ ਟੌਪਿਕ ਹੈ, ਪਤੰਗ ਚੜ੍ਹਾਉਂਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਾਵਧਾਨੀਆਂ ਮਤਲਬ ਕਿ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਂਦੇ ਹੋ। ਸੋ ਪਹਿਲਾ ਤਾਂ ਇਹੀ ਹੈ ਕਿ ਪਤੰਗ ਹਮੇਸ਼ਾ ਖੁੱਲ੍ਹੇ ਮੈਦਾਨ ਵਿੱਚ ਉਡਾਉਣੀ ਚਾਹੀਦੀ ਹੈ। ਠੀਕ ਹੈ, ਪਤੰਗ ਉਡਾਉਂਦੇ ਸਮੇਂ ਕਿਸੇ ਵੱਡੇ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ, ਤਾਂ ਕਿ ਤੁਸੀਂ ਗਲਤ ਪਾਸੇ ਨਾ ਜਾਓ ਜਾਂ ਤੁਸੀਂ ਡਿੱਗ ਨਾ ਜਾਓ। ਤੀਸਰਾ, ਪਤੰਗ ਉਡਾਉਣ ਵੇਲੇ ਬਨੇਰਿਆਂ 'ਤੇ ਨਹੀਂ ਚੜ੍ਹਨਾ ਚਾਹੀਦਾ ਹੈ। ਡਿੱਗੀ ਹੋਈ ਪਤੰਗ ਨੂੰ ਚੁੱਕਣ ਲਈ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ ਹੈ। ਠੀਕ ਹੈ, ਅਤੇ ਪੰਜਵਾਂ, ਕਿ ਤੁਸੀਂ ਜਿਹੜੀ ਵੀ ਡੋਰ ਵਰਤਦੇ ਹੋ, ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਦੂਸਰੀ ਡੋਰ ਦਾ ਇਸਤੇਮਾਲ ਕਰੋ ਤਾਂ ਕਿ ਤੁਹਾਨੂੰ ਜ਼ਿਆਦਾ ਸੱਟਾਂ ਨਾ ਲੱਗਣ। ਠੀਕ ਹੈ ਬੱਚਿਓ, ਸੇ ਇਹ ਕੁਝ ਪੁਆਇੰਟ ਹਨ ਜਿਨ੍ਹਾਂ ਨੂੰ ਤੁਸੀਂ ਲਿਖ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਕੁਝ ਤੁਹਾਡੇ ਦਿਮਾਗ ਵਿੱਚ ਆਉਂਦਾ ਹੈ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਵੀ ਲਿਖ ਸਕਦੇ ਹੋ ਕਿ ਪਤੰਗ ਉਡਾਉਂਦੇ ਸਮੇਂ ਤੁਹਾਨੂੰ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ। ਠੀਕ ਹੈ ਬੱਚਿਓ, ਸੋ ਇਹ ਟੌਪਿਕ ਤੁਸੀਂ ਆਪਣੀਆਂ ਕਿਤਾਬਾਂ 'ਤੇ ਬੜੀ ਸੁੰਦਰ ਲਿਖਤ ਵਿੱਚ ਲਿਖੋਗੇ। ਇਹਦੇ ਵਿੱਚ ਤੁਸੀਂ ਆਪਣੀ ਮੰਮੀ ਦੀ ਵੀ ਹੈਲਪ ਲੈ ਸਕਦੇ ਹੋ। ਠੀਕ ਹੈ, ਸੋ ਅਗਲਾ ਟੌਪਿਕ ਨੈਕਸਟ ਪੇਜ 'ਤੇ ਹੈ, ਤੁਸੀਂ ਛੁੱਟੀ ਵਾਲੇ ਦਿਨ ਕੀ ਕਰਦੇ ਹੋ? ਤੁਸੀਂ ਇਸ ਦੇ ਬਾਰੇ ਕੋਈ 7 ਵਾਕ ਲਿਖਣੇ ਹਨ। ਠੀਕ ਹੈ, ਕਿ ਤੁਸੀਂ ਛੁੱਟੀ ਵਾਲੇ ਦਿਨ, ਤੁਹਾਨੂੰ ਜਦੋਂ ਵੀ ਛੁੱਟੀ ਆਉਂਦੀ ਹੈ, ਤੁਸੀਂ ਉਸ ਦਿਨ ਕੀ ਕਰਦੇ ਹੋ? ਸਵੇਰੇ ਜਲਦੀ ਉੱਠਦੇ ਹੋ, ਮੰਮੀ ਨਾਲ ਮੰਦਰ ਜਾਂਦੇ ਹੋ, ਜਾਂ ਫਿਰ ਤੁਸੀਂ ਪਤੰਗ ਉਡਾਉਂਦੇ ਹੋ, ਥੋੜ੍ਹੀ ਦੇਰ ਵਾਸਤੇ ਪੜ੍ਹਾਈ ਵੀ ਕਰਦੇ ਹੋ, TV ਵੇਖਦੇ ਹੋ, ਹੈ ਨਾ, ਫਿਰ ਮੋਬਾਈਲ 'ਤੇ ਗੇਮ ਵੀ ਖੇਡਦੇ ਹੋ, ਹੈ ਨਾ, ਅਤੇ ਮੰਮੀ ਪਾਪਾ ਨਾਲ ਬੈਠ ਕੇ ਗੱਲਾਂ ਵੀ ਕਰਦੇ ਹੋ,
ਫਿਰ ਉਸ ਤੋਂ ਬਾਅਦ ਮੰਮੀ ਪਾਪਾ ਕਿਤੇ ਨਾ ਕਿਤੇ ਤੁਹਾਨੂੰ ਘੁਮਾਉਣ ਵਾਸਤੇ ਵੀ ਲੈ ਕੇ ਜਾਂਦੇ ਨੇ, ਕਿਸੇ ਬਾਗ ਦੇ ਵਿੱਚ ਜਾਂ ਫਿਰ ਕਿਤੇ ਮੂਵੀ ਦੇਖਣ ਲਈ ਜਾਂ ਮਾਲ ਜਾਂਦੇ ਹੋ। ਸੋ ਤੁਸੀਂ ਇਹਦੇ ਬਾਰੇ ਕੁਝ ਵੀ ਲਿਖ ਸਕਦੇ ਹੋ। 7 ਲਾਈਨਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਲਿਖਣੀਆਂ ਹਨ, ਜੋ ਵੀ ਤੁਸੀਂ ਛੁੱਟੀ ਵਾਲੇ ਦਿਨ ਕਰਦੇ ਹੋ ਕਿ ਮੈਂ 7 ਵਜੇ ਉੱਠਦਾ ਹਾਂ ਜਾਂ 9 ਵਜੇ ਉੱਠਦੀ ਹਾਂ, ਫਿਰ ਮੈਂ ਉਸ ਤੋਂ ਬਾਅਦ ਨਾਸ਼ਤਾ ਕਰਦੀ ਹਾਂ, ਫਿਰ ਉਸ ਤੋਂ ਬਾਅਦ TV ਦੇਖਦੀ ਹਾਂ ਜਾਂ ਫਿਰ ਪੜ੍ਹਾਈ ਲਈ ਬੈਠ ਜਾਂਦੀ ਹਾਂ, ਪੜ੍ਹਦੀ ਵੀ ਹਾਂ, ਕੁਝ ਵੀ, ਠੀਕ ਹੈ। ਸੋ 7 ਸੈਂਟੈਂਸ ਤੁਸੀਂ ਆਪਣੀ ਮਰਜ਼ੀ ਦੇ ਲਿਖਣੇ ਹਨ ਕਿ ਤੁਸੀਂ ਛੁੱਟੀ ਵਾਲੇ ਦਿਨ ਕੀ ਕਰਦੇ ਹੋ, ਠੀਕ ਹੈ। ਸੋ ਇਹ ਤੁਸੀਂ ਸੈਂਟੈਂਸ ਆਪਣੀ ਬੁੱਕ 'ਤੇ ਬਹੁਤ ਸੁੰਦਰ ਰਾਈਟਿੰਗ ਦੇ ਵਿੱਚ ਲਿਖਣੇ ਹਨ। ਨੈਕਸਟ ਤੁਹਾਨੂੰ ਇੱਕ ਪਤੰਗ ਦੀ ਪਿਕਚਰ ਦਿੱਤੀ ਗਈ ਹੈ। ਇਹਨੂੰ ਤੁਸੀਂ ਪਹਿਲੇ ਪੈਨਸਿਲ ਦੇ ਨਾਲ ਡਾਰਕ ਕਰੋਗੇ, ਮੈਚ ਕਰੋਗੇ ਸਾਰੇ ਡਾਟਸ ਨੂੰ, ਅਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਰੰਗ ਭਰੋਗੇ, ਸੋਹਣੇ ਰੰਗ, ਠੀਕ ਹੈ। ਆਪਣੀ ਮਰਜ਼ੀ ਦੀ ਚੋਇਸ ਦੀ ਸੋਹਣੀ ਜਿਹੀ ਪਤੰਗ ਬਣਾਉਣੀ ਹੈ। ਸੋ ਬੱਚੋ ਇਹ ਹੈ ਦੀ ਬੈਕ ਐਕਸਰਸਾਈਜ਼ ਕਵਿਤਾ ਦੀ, ਜੋ ਤੁਸੀਂ ਆਪਣੀਆਂ ਪੁਸਤਕਾਂ 'ਤੇ ਲਿਖਣੀ ਹੈ। ਥੈਂਕ ਯੂ, ਧੰਨਵਾਦ।